ਸਾਹਿਬ ਜੀ। आवो सिख सतगुरु के प्यारे हो, गावो सच्ची बाणी। बाणी तां गावो गुरु केरी, बाणियां सिर बाणी। ਧੰਨ ਵਾਹਿਗੁਰੂ ਸਾਹਿਬ ਜੀ। ਫਰੀਦਾ ਮੰਡਪ ਮਾਲ ਨਾ ਲਾਏ, ਮਰਗ ਸਤਾਣੀ ਚਿਤ ਧਾਰ। ਸਾਈ ਜਾਏ ਸੰਭਾਲ, ਜਿੱਥੈ ਹੀ ਤੋ ਵੰਜਣਾ। ਸਾਈ ਜਾਏ ਸੰਭਾਲ, ਜਿੱਥੇ ਹੀ ਤੋ ਵੰਜਣਾ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਵਾਲੀਏ ਕੁਲ ਆਲਮ, ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ। ਨਾਮ ਬਾਣੀ ਕੇ ਬੋਹਿਤ ਹਲਤ ਪਲਤ ਸਵਾਰ ਦੇਣ ਵਾਲੇ ਗੁਰੂ ਗਰੀਬ ਨਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਸਤਿਕਾਰਯੋਗ ਸਤ ਸੰਗੀ ਜਨੋ, ਆਓ ਸਾਰੇ ਰਲ ਕੇ ਗੁਰੂ ਫਤਿਹ ਨਾਲ ਸਾਂਝ ਕਰੀਏ। ਕੋਈ ਵੀ ਰਸਨਾ ਗੁਰੂ ਫਤਿਹ ਤੋਂ ਵਾਂਝੀ ਨਾ ਰਹੇ। ਇੱਕੋ ਵਾਰੀ ਕਹਿਣ 'ਤੇ ਸਰਬੱਤ ਸੰਗਤ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਵਨ ਸ਼ਲੋਕ ਜੋ ਪਾਠ ਦੇ ਰੂਪ ਵਿੱਚ ਆਪ ਜੀ ਨੇ ਸ਼ਰਵਣ ਕੀਤਾ ਹੈ, ਸ਼ੇਖ ਫਰੀਦ ਸਾਹਿਬ ਜੀ ਦੀ ਰਸਨਾ ਦੇ ਦੁਆਰਾ ਉਚਾਰਨ ਕੀਤੇ ਇਹ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1380 ਦੇ ਉੱਪਰ ਸੁਭਾਏਮਾਨ ਹਨ ਅਤੇ ਲੜੀਵਾਰ ਸ਼ਲੋਕਾਂ ਦੇ ਵਿੱਚੋਂ 58 ਨੰਬਰ ਸ਼ਲੋਕ ਹੈ ਬਾਬਾ ਫਰੀਦ ਸਾਹਿਬ ਜੀ ਦਾ। ਜਿਵੇਂ ਕਿ ਆਪਾਂ ਪਿਛਲੇਰੇ ਦੀਵਾਨ ਦੇ ਵਿੱਚ ਸ਼ਰਵਣ ਕੀਤਾ ਸੀ, ਫਰੀਦਾ ਕੋਠੇ ਮੰਡਪ ਮਾੜੀਆਂ ਏਤ ਨਾ ਲਾਏ ਚਿੱਤ, ਮਿੱਟੀ ਪਈ ਅਤੁਲਵੀਂ ਕੋਏ ਨਾ ਹੋਸੀ ਮਿੱਤ। ਪਿਛਲੇਰੇ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਇਸ ਸ਼ਲੋਕ ਦੀ ਵਿਆਖਿਆ ਜਿਹੜੀ ਸੰਖੇਪ ਰੂਪ ਦੇ ਵਿੱਚ ਕੀਤੀ ਸੀ। ਅਗਲੇਰਾ ਸ਼ਲੋਕ ਵੀ ਬਿਲਕੁਲ ਢੁਕਵੀਂ ਵਿਚਾਰ ਇਸੇ ਹੀ ਸ਼ਲੋਕ ਦੇ ਨਾਲ ਸੰਬੰਧ ਰੱਖਦੀ ਹੈ। ਭਗਤ ਫਰੀਦ ਸਾਹਿਬ ਜੀ ਨੇ ਇਸ ਪਾਵਨ ਸ਼ਲੋਕ ਦੇ ਵਿੱਚ ਵੀ ਮਨੁੱਖ ਨੂੰ ਜਿਹੜਾ ਅਸਲੀ ਕਰਮ ਹੈ ਉਹ ਯਾਦ ਕਰਵਾਇਆ ਹੈ। ਜੋ ਜੀਵਨ ਦੀ ਅਸਲੀਅਤ ਹੈ ਉਹਦੇ ਤੋਂ ਜਾਣੂ ਕਰਵਾਇਆ ਹੈ। ਭਾਵੇਂ ਕਿ ਭੁੱਲਿਆ ਹੋਇਆ ਮਨੁੱਖ ਸਮਾਜ ਦੇ ਵਿੱਚ ਰਹਿੰਦਿਆਂ ਬਹੁਤ ਵਾਰੀ ਅਸੂਲਾਂ ਦੇ ਨਾਲ ਸਮਝੌਤੇ ਕਰਕੇ ਪਦਾਰਥਵਾਦੀ ਸੋਚ ਦੇ ਨਾਲ ਜਿਉਂਦਾ ਹੈ।
ਬਹੁਤ ਸਾਰੀਆਂ ਐਸੀਆਂ ਥਾਵਾਂ ਹੁੰਦੀਆਂ ਨੇ ਜਿੱਥੇ ਮਨੁੱਖ ਆਪਣਾ ਜ਼ਮੀਰ ਗਿਰਵੀ ਰੱਖ ਦਿੰਦਾ ਹੈ, ਜਿੱਥੇ ਆਪਣਾ ਇਖਲਾਕ ਜਿਹੜਾ ਉਹਨੂੰ ਗਿਰਵੀ ਰੱਖ ਕੇ ਤੇ ਪਦਾਰਥਵਾਦੀ ਸੋਚ ਦੇ ਨਾਲ ਦੁਨੀਆ ਦੇ ਵਿੱਚ ਧਨਾੜ ਤੇ ਅਮੀਰ ਦਾ ਰੁਤਬਾ ਰੱਖਣ ਦਾ ਯਤਨ ਕਰਦਾ ਹੈ, ਔਰ ਕਿਧਰੇ ਇਹ ਨਹੀਂ ਦੇਖਦਾ ਇਹ ਜ਼ਮੀਰ ਜੋ ਮੈਂ ਗਿਰਵੀ ਰੱਖ ਰਿਹਾ ਜਾਂ ਇਖਲਾਕ ਜਿਹੜਾ ਵਾ ਉਹਨੂੰ ਮਿੱਟੀ ਦੇ ਵਿੱਚ ਦਬਾ ਰਿਹਾ ਹਾਂ ਜਾਂ ਮਿੱਟੀ ਵਿੱਚ ਦਫਨ ਕਰ ਰਿਹਾ ਹਾਂ। ਇਸ ਇਖਲਾਕ ਕਰਕੇ ਹੀ ਤਾਂ ਮੈਂ ਇਨਸਾਨ ਹਾਂ, ਮੈਂ ਮਨੁੱਖ ਹਾਂ। ਜੇ ਮੇਰੇ ਪਾਸ ਜ਼ਮੀਰ ਜਾਂ ਇਖਲਾਕ ਅਸੂਲ ਹੀ ਨਾ ਰਹੇ ਤੇ ਦੁਨੀਆ ਦੇ ਅੰਦਰ ਮਨੁੱਖ ਅਖਵਾਉਣ ਦਾ ਵੀ ਮੈਂ ਹੱਕਦਾਰ ਨਹੀਂ ਹਾਂ। ਸਤਿਗੁਰੂ ਮਹਾਰਾਜ ਨੇ ਜਿੰਨਾ ਕੁ ਸਮਾਂ ਇਸ ਜੀਵਨ ਦਾ ਮਿਲਿਆ ਹੈ ਉਹਨੂੰ ਇਖਲਾਕੀ ਜੀਵਨ ਬਣਾ ਕੇ ਵਧੀਆ ਢੰਗ ਦੇ ਨਾਲ, ਸੋਹਣੇ ਢੰਗ ਦੇ ਨਾਲ ਜਿਉਣ ਦੀ ਪ੍ਰੇਰਨਾ ਕੀਤੀ ਹੈ। ਔਰ ਇੰਨੇ ਕੁ ਸਫ਼ਰ ਨੂੰ ਤੈਅ ਕਰਨ ਦੇ ਲਈ ਸਾਡੇ ਕੋਲ ਪੂੰਜੀ, ਧਨ, ਰਾਹਗੀਰੀ, ਇਹ ਸਾਰਾ ਕੁਝ ਹੋਣਾ ਚਾਹੀਦਾ ਹੈ। ਮੈਂ ਜਿਹੜੀ ਅਰਜ਼ ਕਰ ਲੱਗਾ ਉਹਨੂੰ ਧਿਆਨ ਦੇ ਨਾਲ ਸਮਝਣਾ। ਦੋ ਤਰ੍ਹਾਂ ਦਾ ਧਨ ਹੈ, ਇੱਕ ਸਾਡੀਆਂ ਸਰੀਰਕ ਲੋੜਾਂ ਪੂਰੀਆਂ ਕਰਦਾ ਹੈ ਧਨ, ਇੱਕ ਸਾਡੀਆਂ ਆਤਮਿਕ ਲੋੜਾਂ ਪੂਰੀਆਂ ਕਰਦਾ ਹੈ ਧਨ। ਉਹ ਨਾਮ ਦਾ ਧਨ ਹੈ ਜਿਹੜਾ ਸਾਡੀਆਂ ਆਤਮਿਕ ਲੋੜਾਂ ਪੂਰੀਆਂ ਕਰਦਾ ਹੈ। ਸਰੀਰ ਦਾ ਜਿਹੜਾ ਧਨ ਅਸੀਂ ਸਰੀਰ ਵਾਸਤੇ ਵਰਤਦੇ ਹਾਂ, ਉਹ ਉਸ ਧਨ ਦਾ ਕੱਪੜਾ ਖਰੀਦਿਆ ਜਾਂਦਾ ਹੈ, ਪ੍ਰਸ਼ਾਦਾ ਮੁੱਲ ਖਰੀਦਿਆ ਜਾ ਸਕਦਾ ਹੈ। ਧਨ ਦੇ ਨਾਲ ਆਪਣੀਆਂ ਸਰੀਰਕ ਲੋੜਾਂ ਵਾਸਤੇ ਅਸੀਂ ਉਸ ਧਨ ਨੂੰ ਖਰਚ ਕਰਦੇ ਹਾਂ ਤੇ ਉਸ ਧਨ ਦੇ ਨਾਲ ਜੀਵਨ ਨਿਰਵਾਹ ਕਰਦੇ ਹਾਂ। ਜਿਹੜਾ ਆਤਮਿਕ ਧਨ ਹੈ ਉਹਨੂੰ ਮਹਾਰਾਜ ਦੀ ਬਾਣੀ ਨੇ ਨਾਮ ਦਾ ਧਨ ਵੀ ਆਖਿਆ। ਇਹ ਧਨ ਸਾਡੀ ਜ਼ਮੀਰ ਦੀ, ਜਾਂ ਅਸੀਂ ਇਉਂ ਆਖ ਸਕਦੇ ਹਾਂ ਵੀ ਆਤਮਾ ਦੀ ਖੁਰਾਕ ਹੈ ਇਹ ਨਾਮ ਦਾ ਧਨ। ਇਸ ਧਨ ਦੇ ਨਾਲ ਹੀ ਅਸੀਂ ਸੋਹਣੇ ਢੰਗ ਦੇ ਨਾਲ ਵਧੀਆ ਇਖਲਾਕੀ ਜੀਵਨ ਜਿਹੜਾ ਵਾ ਆਪਣਾ ਬਸ਼ਰ ਕਰ ਸਕਦੇ ਹਾਂ। ਸਤਿਗੁਰੂ ਮਹਾਰਾਜ ਨੇ ਇੱਕ ਥਾਂ ਨਹੀਂ ਬਾਣੀ ਦੇ ਵਿੱਚ ਬਾਰ-ਬਾਰ ਜ਼ਿਕਰ ਕੀਤਾ, ਜਿਵੇਂ ਮਿਸਾਲ ਦੇ ਤੌਰ ਤੇ ਸਤਿਗੁਰ ਸਿੱਖ ਕਉ ਨਾਮ ਧਨ ਦੇ, ਜਾਂ ਮਹਾਰਾਜ ਨੇ ਇਹ ਵੀ ਆਖਿਆ ਜਿਸ ਧਨ ਕਉ ਚਾਰ ਕੁੰਟ ਉਠ ਧਾਵੇਂ, ਸੋ ਧਨ ਹਰ ਸੇਵਾ ਤੇ ਪਾਵੇਂ। ਹਰੀ ਦੀ ਸੇਵਾ ਤੇ ਸ਼ੁਕਰ ਸ਼ੁਕਰਾਨੇ ਵਿੱਚ ਜਿਉਣ ਦੇ ਨਾਲ ਨਾਮ ਦਾ ਧਨ ਪ੍ਰਾਪਤ ਹੁੰਦਾ ਹੈ, ਜਿਸ ਦੇ ਨਾਲ ਇਖਲਾਕ ਤੇ ਅਸੂਲ ਕਾਇਮ ਰਹਿੰਦੇ ਨੇ। ਤੋ ਮੈਂ ਜਿਹੜੀ ਅਰਜ਼ ਕੀਤੀ ਸੀ, ਸਤਿਗੁਰੂ ਸੱਚਾ ਪਾਤਸ਼ਾਹ ਮਹਾਰਾਜ ਨੇ ਬਾਣੀ ਦੇ ਅੰਦਰ ਇਹ ਪ੍ਰੇਰਨਾ ਦਿੱਤੀ ਹੈ ਕਿ ਜਿੰਨਾ ਕੁ ਸਫ਼ਰ ਹੈ ਇਸ ਸਫ਼ਰ ਨੂੰ ਤੈਅ ਕਰਦਿਆਂ ਧਨ ਪੱਲੇ ਵਿੱਚ ਹੋਵੇ। ਪੁਰਾਣੇ ਸਮਿਆਂ ਦੇ ਅੰਦਰ ਜਦੋਂ ਲੋਕ ਤੁਰ ਕੇ ਸਫ਼ਰ ਕਰਦੇ ਸਨ, ਸੜਕ ਸਵਾਰ ਹੋ ਕੇ ਚੱਲਦੇ ਸਨ, ਤੁਰੇ ਜਾਂਦੇ ਸਨ, ਇੱਕ ਪੱਲੇ ਦੇ ਵਿੱਚ ਪੌਣੇ ਦੇ ਵਿੱਚ ਰੋਟੀ ਬੰਨ੍ਹ ਲੈਂਦੇ ਸਨ। ਰਾਹ ਦੇ ਵਿੱਚ ਜਦੋਂ ਕਿਧਰੇ ਭੁੱਖ ਲੱਗਣੀ, ਕਿਸੇ ਠੰਡੀ ਛਾਂ ਦੇਖ ਕੇ ਰੁਕ ਜਾਣਾ, ਕੋਈ ਨਲਕਾ ਦੇਖਣਾ, ਪਾਣੀ ਦਾ ਸਾਧਨ ਨੇੜੇ ਹੈ, ਉਸ ਦਰਖਤ ਦੇ ਹੇਠ ਛਾਵੇਂ ਬੈਠ ਕੇ ਪ੍ਰਸ਼ਾਦਾ ਛਕ ਲੈਣਾ, ਥੋੜ੍ਹਾ ਸਮਾਂ ਆਰਾਮ ਕਰਨਾ ਤੇ ਉਸ ਤੋਂ ਬਾਅਦ ਆਪਣੀ ਮੰਜ਼ਿਲ ਵੱਲ ਨੂੰ ਫਿਰ ਤੁਰ ਪੈਣਾ। ਇਹਨੂੰ ਇੱਕ ਤਰ੍ਹਾਂ ਆਖਿਆ ਜਾਂਦਾ ਸੀ ਕਿ ਪੱਲੇ ਦੇ ਵਿੱਚ ਕੁਝ ਬੰਨ੍ਹ ਕੇ ਤੁਰਨਾ ਆਪਣੀ ਲੋੜ ਪੂਰੀ ਕਰਨ ਦੇ ਲਈ। ਉਹਨੂੰ ਆਖਿਆ ਜਾਂਦਾ ਸੀ ਸਰੀਰ ਦੀ ਖੁਰਾਕ, ਉਹ ਭੋਜਨ ਜਿਹੜਾ ਸਾਡੇ ਸਫ਼ਰ ਕਰਦਿਆਂ ਸਾਨੂੰ ਭੁੱਖ ਲੱਗੇਗੀ ਤੇ ਸਾਡੀ ਭੁੱਖ ਨੂੰ ਨਿਵਰਤ ਕਰ ਦੇਵੇਗਾ। ਇੱਕ ਭੋਜਨ ਹੈ ਇਹ, ਇੱਕ ਭੋਜਨ ਹੈ ਨਾਮ ਦਾ। ਜਦੋਂ ਅਸੀਂ ਜੀਵਨ ਦਾ ਸਫ਼ਰ ਤੈਅ ਕਰਦੇ ਹਾਂ ਤੇ ਨਾਮ ਦਾ ਭੋਜਨ ਸਾਡੀਆਂ ਭੁੱਖਾਂ ਗਵਾਉਂਦਾ ਹੈ। ਮਹਾਰਾਜ ਨੇ ਬਾਣੀ ਵਿੱਚ ਜ਼ਿਕਰ ਕੀਤਾ, ਸਤਿਗੁਰੂ ਬਚਨ ਕਰਦੇ ਨੇ, ਗਰੀਬ ਨਵਾਜ ਆਖਦੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਇੱਕ ਮਨ ਦੀ ਭੁੱਖ ਹੈ, ਇੱਕ ਸਰੀਰ ਦੀ ਭੁੱਖ ਹੈ।
ਸਰੀਰ ਦੀ ਭੁੱਖ ਵਿੱਚ ਅਸੀਂ ਭੋਜਨ ਛਕਦੇ ਹਾਂ ਤੇ ਇਹ ਭੁੱਖ ਮਿਟ ਜਾਂਦੀ ਹੈ। ਮਨ ਦੀ ਭੁੱਖ ਬੰਦੇ ਦੀ ਸਾਰੀ ਜ਼ਿੰਦਗੀ ਨਹੀਂ ਮਿਟਦੀ। ਮਨ ਦੀ ਭੁੱਖ ਮਿਟਾਉਣ ਦੇ ਲਈ, ਮਨ ਨੂੰ ਸ਼ਾਂਤ ਤੇ ਟਿਕਾ ਵਿੱਚ ਲੈ ਕੇ ਆਉਣ ਦੇ ਲਈ ਕੇਵਲ ਇੱਕੋ ਹੀ ਸਾਧਨ ਹੈ, ਉਹ ਹੈ ਨਾਮ। ਤੇ ਨਾਮ ਦਾ ਅਰਥ ਕੋਈ ਮਨਮਤੀ ਤਰੀਕੇ ਦੇ ਨਾਲ ਜਪਣਾ ਨਹੀਂ ਹੈ ਜਾਂ ਕਰਮ ਕਾਂਡ ਕਰਨੇ ਨਾਮ ਨਹੀਂ ਹੈ। ਸਤਿਗੁਰੂ ਮਹਾਰਾਜ ਨੇ ਨਾਮ ਆਖਿਆ ਹੁਕਮ ਨੂੰ। ਹੁਕਮ ਦਾ ਅਰਥ ਹੁੰਦਾ ਹੈ ਲਾਅ, ਆਰਡਰ, ਰਜ਼ਾ। ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਜਿਉਣਾ, ਇਹਨੂੰ ਆਖਿਆ ਜਾਂਦਾ ਨਾਮ ਜਪਣਾ। ਉਹਦੇ ਭਾਣੇ ਵਿੱਚ ਰਹਿਣਾ, ਉਹਦੇ ਸ਼ੁਕਰਾਨੇ ਦੇ ਵਿੱਚ ਜਿਉਣ ਨੂੰ ਨਾਮ ਆਖਿਆ ਜਾਂਦਾ ਹੈ। ਕੋਈ ਮਕੈਨੀਕਲ ਰੈਪੀਟੇਸ਼ਨ ਕਰਨ ਨੂੰ ਨਾਮ ਨਹੀਂ ਮਹਾਰਾਜ ਨੇ ਆਖਿਆ। ਜਿਵੇਂ ਮਿਸਾਲ ਦੇ ਤੌਰ ਤੇ ਬੰਦਾ ਰਸਨਾ ਦੇ ਦੁਆਰਾ ਰੱਬ ਦਾ ਇੱਕ ਨਾਮ ਪਕੜ ਕੇ ਉਹਨੂੰ ਜਪੀ ਜਾਂਦਾ ਹੈ। ਕੋਈ ਰਾਮ ਰਾਮ ਬੋਲਦਾ ਹੈ, ਕੋਈ ਅੱਲਾ ਅੱਲਾ ਬੋਲੀ ਜਾਂਦਾ ਹੈ, ਖੁਦਾ ਕਹਿੰਦਾ ਹੈ, ਕੋਈ ਵਾਹਿਗੁਰੂ ਵਾਹਿਗੁਰੂ ਜਪੀ ਜਾਂਦਾ ਹੈ। ਇਹ ਠੀਕ ਹੈ, ਮਨ ਨੂੰ ਤਸੱਲੀ ਦੇਣ ਵਾਸਤੇ ਅਸੀਂ ਇੱਦਾਂ ਦਾ ਕੁਝ ਕਰਦੇ ਹਾਂ। ਪਰ ਸਤਿਗੁਰੂ ਸੱਚਾ ਪਾਤਸ਼ਾਹ ਮਹਾਰਾਜ ਆਖਦੇ ਜ਼ੁਬਾਨ ਦੇ ਨਾਲ ਜਪਣਾ ਤੇ ਉਸ ਜਪੇ ਹੋਏ ਨੂੰ ਫਾਲੋ ਕਰਨਾ, ਇਹਦੇ ਵਿੱਚ ਬੜਾ ਵੱਡਾ ਅੰਤਰ ਹੈ। ਰੱਬੀ ਨਿਯਮ ਦੇ ਤਹਿਤ ਹੋ ਕੇ ਜਿਉਣ ਨੂੰ ਸਤਿਗੁਰੂ ਨੇ ਆਖਿਆ ਨਾਮ ਜਪਣਾ। ਬੰਦਾ ਜ਼ੁਬਾਨ ਦੁਆਰਾ ਜਪਦਾ ਹੈ ਤੇ ਕਰਮ ਦੇ ਵਿੱਚ ਨਹੀਂ ਹੈ। ਜਦੋਂ ਸਾਡੇ ਕਰਮ ਦੇ ਵਿੱਚੋਂ ਨਾਮ ਦਿਸੇਗਾ, ਉਸ ਦਿਨ ਸਮਝ ਲੈਣਾ ਅਸੀਂ ਨਾਮ ਜਪ ਰਹੇ ਹਾਂ। ਕਰਮ ਸਾਫ ਸੁਥਰਾ ਹੈ, ਕਿਰਤ ਸਾਫ ਸੁਥਰੀ ਹੈ, ਇਖਲਾਕ ਬੜਾ ਸੋਹਣਾ ਹੈ, ਸਾਫ ਸੁਥਰਾ ਹੈ। ਜਦੋਂ ਇਖਲਾਕੀ ਜੀਵਨ ਚੰਗਾ ਹੋਵੇਗਾ ਨਾ, ਉਦੋਂ ਨਿਸ਼ਾਨੀਆਂ ਹੋਣਗੀਆਂ ਕਿ ਮਨੁੱਖ ਜਪਦਾ ਹੈ, ਗਾਉਂਦਾ ਹੈ, ਰਜ਼ਾ ਦੇ ਵਿੱਚ ਹੈ, ਭਾਣੇ ਦੇ ਵਿੱਚ ਹੈ, ਹੁਕਮ ਦੇ ਵਿੱਚ ਹੈ। ਰਤੀ ਮਾਤਰ ਕਿਧਰੇ ਦੁਨਿਆਵੀ ਧਨ ਦਾ ਬੰਦੇ ਨੂੰ ਘਾਟਾ ਪੈ ਜਾਵੇ ਤੇ ਇਹਦਾ ਮਾਨਸਿਕ ਸੰਤੁਲਨ ਜਿਹੜਾ ਵਾ ਬਿਖਰ ਜਾਂਦਾ ਹੈ, ਖਰਾਬ ਹੋ ਜਾਂਦਾ ਹੈ, ਖਿੰਡ ਜਾਂਦਾ ਹੈ ਮਾਨਸਿਕ ਸੰਤੁਲਨ। ਜੇ ਕਿਧਰੇ ਨਾਮ ਦੇ ਧਨ ਦਾ ਘਾਟਾ ਪਵੇ, ਬੰਦੇ ਨੂੰ ਇਹ ਵੀ ਨਹੀਂ ਪਤਾ ਲੱਗਦਾ ਮੇਰੇ ਕੋਲੋਂ ਕੁਝ ਗਵਾਚਿਆ ਹੈ ਜਾਂ ਮੇਰੇ ਕੋਲੋਂ ਕੁਝ ਗਵਾਚ ਚੁੱਕਾ ਹੈ। ਸੱਚ ਇਹ ਹੈ ਕਿ ਜਦੋਂ ਨਾਮ ਦੀ ਗੱਲ ਵਿਸਰਦੀ ਹੈ ਨਾ, ਸਭ ਤੋਂ ਵੱਡਾ ਘਾਟਾ ਉਹ ਹੁੰਦਾ ਹੈ। ਇਖਲਾਕ ਬੰਦੇ ਦਾ ਖੁੱਸ ਗਿਆ ਤੇ ਸਭ ਤੋਂ ਵੱਡਾ ਹੀ ਘਾਟਾ ਜ਼ਿੰਦਗੀ ਦਾ ਇਹ ਹੈ। ਆਤਮਿਕ ਖਜ਼ਾਨਾ ਲੁੱਟਿਆ ਗਿਆ ਤੇ ਸਭ ਤੋਂ ਵੱਡੀ ਬਰਬਾਦੀ ਹੀ ਇਹ ਹੈ। ਬੰਦਾ ਦੁਨਿਆਵੀ ਧਨ ਦੇ ਪਿੱਛੇ ਭੱਜਦਾ ਹੈ, ਦੁਨਿਆਵੀ ਧਨ ਗਵਾਚ ਜਾਵੇ ਤੇ ਬੰਦਾ ਕੁਰਲਾਉਂਦਾ ਹੈ, ਪਛਤਾਉਂਦਾ ਹੈ, ਰੋਂਦਾ ਹੈ, ਇਹ ਕਿਉਂ ਗਵਾਚ ਗਿਆ ਮੇਰੇ ਕੋਲੋਂ। ਦੁਨਿਆਵੀ ਧਨ ਦਾ ਘਾਟਾ ਪੈ ਜਾਵੇ ਤੇ ਬੰਦਾ ਕਈ ਵਾਰ ਆਪਣੇ ਆਪ ਨੂੰ ਖਤਮ ਕਰਨ ਦੇ ਲਈ ਤੁਲ ਜਾਂਦਾ ਹੈ ਵੀ ਮੈਂ ਜਿਉਣਾ ਨਹੀਂ ਚਾਹੁੰਦਾ, ਮੈਨੂੰ ਘਾਟਾ ਪੈ ਗਿਆ। ਤੁਸੀਂ ਅਖਬਾਰਾਂ ਦੀਆਂ ਸੁਰਖੀਆਂ ਪੜ੍ਹ ਕੇ ਵੇਖਣਾ, ਬਹੁਤ ਵਾਰੀ ਇੱਦਾਂ ਦੀਆਂ ਖਬਰਾਂ ਤੁਹਾਨੂੰ ਮਿਲਣਗੀਆਂ ਕਿ ਫਸਲ ਦੇ ਵਿੱਚੋਂ ਘਾਟਾ ਪੈਣ ਕਰਕੇ, ਕਰਜ਼ੇ ਦਾ ਬੋਝ ਹੋਣ ਕਰਕੇ ਕਿਸਾਨ ਨੇ ਖੁਦਕੁਸ਼ੀ ਕਰ ਲਈ। ਇਹਦਾ ਅਰਥ ਹੈ ਦੁਨਿਆਵੀ ਧਨ, ਜਿਸ ਧਨ ਕਰਕੇ ਬੰਦਾ ਖੁਦਕੁਸ਼ੀ ਕਰ ਰਿਹਾ ਹੈ, ਅਸੂਲਾਂ ਨੂੰ ਨਹੀਂ ਸਮਝ ਰਿਹਾ, ਜੀਵਨ ਦੀ ਪ੍ਰਕਿਰਿਆ ਨੂੰ ਨਹੀਂ ਸਮਝ ਰਿਹਾ। ਦੁਨਿਆਵੀ ਧਨ ਤਾਂ ਇਉਂ ਹੈ, ਕਿਸੇ ਕੋਲ ਬਹੁਤ ਹੋਵੇਗਾ, ਕਿਸੇ ਕੋਲ ਥੋੜਾ ਹੋਵੇਗਾ, ਪਰ ਰੱਬ ਦੀਆਂ ਨਜ਼ਰਾਂ ਦੇ ਵਿੱਚ ਇਹ ਥੋੜੀ ਹੈਗਾ ਵੀ ਜਿਹਦੇ ਕੋਲ ਧਨ ਵੱਧ ਹੈ ਉਹ ਮੇਰਾ ਸਿੱਖ ਜ਼ਿਆਦਾ ਹੈ ਜਾਂ ਉਹ ਮੇਰਾ ਭਗਤ ਜ਼ਿਆਦਾ ਹੈ, ਜਿਹਦੇ ਕੋਲ ਘੱਟ ਹੈ ਉਹ ਮੇਰਾ ਭਗਤ ਹੀ ਨਹੀਂ ਹੈ, ਜਾਂ ਫਿਰ ਜਿਹਦੇ ਕੋਲ ਧਨ ਘੱਟ ਹੈ ਉਹ ਮੇਰਾ ਭਗਤ ਹੈ, ਜਿਹਦੇ ਕੋਲ ਵੱਧ ਧਨ ਉਹ ਮੇਰਾ ਭਗਤ ਹੀ ਨਹੀਂ। ਰੱਬ ਦਾ ਨਿਯਮ ਇਦਾਂ ਦਾ ਨਹੀਂ ਹੈ। ਇਹ ਤਾਂ ਸੰਸਾਰ ਦੀ ਐਨਕ ਹੈ ਇਦਾਂ ਦੀ ਕਿ ਸੰਸਾਰ ਤੱਕਦਾ ਹੈ, ਜਿਹਦੇ ਕੋਲ ਧਨ ਵੱਧ ਉਹਦੀ ਕਦਰ ਲੋਕ ਵੱਧ ਕਰਦੇ, ਜਿਹਦੇ ਕੋਲ ਵਿਚਾਰੇ ਦੇ ਨਹੀਂ ਹੈ ਉਹਨੂੰ ਕੋਈ ਪੁੱਛਣ ਲਈ ਤਿਆਰ ਨਹੀਂ ਹੁੰਦਾ। ਇਹ ਦੁਨੀਆ ਦਾ ਸੁਭਾਅ ਹੈ, ਦੁਨੀਆ ਦੇ ਦਿਮਾਗ ਦੀ ਐਨਕ ਇਦਾਂ ਦੀ ਹੈ। ਔਰ ਉਸ ਐਨਕ ਦੇ ਨਾਲ ਦੁਨੀਆ ਨੂੰ ਤੱਕਦੇ ਨੇ ਵੀ ਜਿਹਦੇ ਕੋਲ 4 ਪੈਸੇ ਉਹਦੀ ਕਦਰੋ ਕੀਮਤ ਰਿਸ਼ਤੇਦਾਰ ਵੀ ਕਰਦੇ ਨੇ। ਜਿਸ ਰਿਸ਼ਤੇਦਾਰ ਦੇ ਕੋਲ ਕੁਝ ਹੋਵੇ ਨਾ, ਉਹਨੂੰ ਵਿਚਾਰੇ ਨੂੰ ਵਿਆਹ ਸ਼ਾਦੀਆਂ ਤੇ ਵੀ ਲੋਕ ਸੱਦਦੇ ਨਹੀਂ। ਇਹਦੇ ਆਉਣ ਦੇ ਨਾਲ ਸਾਡੀ ਕਿਧਰੇ ਪਰਿਵਾਰ ਦੀ ਗਰੀਬੀ ਪ੍ਰਗਟ ਨਾ ਹੋ ਜਾਵੇ, ਲੋਕ ਇਹ ਨਾ ਕਹਿਣ ਵੀ ਇੰਨੇ ਗਰੀਬ ਰਿਸ਼ਤੇਦਾਰ ਨੇ ਇਹਦੇ। ਇਹ ਸਾਡਾ ਆਪਣਾ ਸੁਭਾਅ ਹੈ, ਰੱਬ ਦਾ ਸੁਭਾਅ ਇਦਾਂ ਦਾ ਨਹੀਂ ਹੈ। ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਨਿਯਮ ਹੈ ਨਾ, ਉਹ ਤਾਂ ਸਾਰਿਆਂ ਦੇ ਲਈ ਇੱਕੋ ਜਿਹਾ ਬਰਾਬਰ ਹੈ।
ਤੇ ਜਦੋਂ ਨਾਮ ਦਾ ਧਨ ਮਨੁੱਖ ਇਕੱਤਰ ਕਰੇਗਾ ਨਾ, ਉੱਥੇ ਦੁਨਿਆਵੀ ਧਨ ਕੋਈ ਮਾਇਨੇ ਨਹੀਂ ਰੱਖਦਾ। ਉੱਥੇ ਦੁਨਿਆਵੀ ਧਨ ਕਰਕੇ ਕਿਸੇ ਦਾ ਮਾਪਦੰਡ ਨਹੀਂ ਲੱਗੇਗਾ ਵੀ ਇਹ ਕਿੰਨਾ ਗਰੀਬ ਹੈ ਤੇ ਕਿੰਨਾ ਅਮੀਰ ਹੈ। ਗੁਰੂ ਪਾਤਸ਼ਾਹ ਜੀ ਦੇ ਸ਼ਬਦ ਦੀ ਕਸਵੱਟੀ ਤੇ ਪਰਖਿਆ ਜਾਂਦਾ ਵੀ ਇਹਦੇ ਅੰਦਰ ਇਖਲਾਕ ਕਿੰਨਾ ਹੈ, ਇਹਦੇ ਅੰਦਰ ਗੁਣ ਕਿੰਨੇ ਹਨ, ਇਹਨੇ ਜੀਵਨ ਕਿੰਨਾ ਕੁ ਕਮਾਇਆ ਹੈ। ਇਹ ਆਪਣੇ ਜੀਵਨ ਦਾ ਸਫ਼ਰ ਤੈਅ ਕਰਦਿਆਂ ਗੁਰੂ ਆਗਿਆ ਦਾ ਪਾਲਣ ਕਿੰਨਾ ਕੁ ਕਰਦਾ ਹੈ ਬੰਦਾ, ਇਹ ਚੀਜ਼ ਵਾਚੀ ਜਾਵੇਗੀ ਗੁਰੂ ਸ਼ਬਦ ਦੀ ਕਸਵੱਟੀ ਤੇ। ਤੋ ਸਤਿਗੁਰੂ ਸੱਚਾ ਪਾਤਸ਼ਾਹ ਮਹਾਰਾਜ ਨੇ ਅੱਜ ਦੇ ਪਾਵਨ ਸ਼ਲੋਕ ਰਾਹੀਂ ਵੀ ਕੁਝ ਇੱਦਾਂ ਦੇ ਬਚਨ ਕਹੇ ਨੇ, ਔਰ ਸਾਨੂੰ ਹਲੂਣਾ ਵੀ ਦਿੱਤਾ ਹੈ, ਸਾਨੂੰ ਪ੍ਰੇਰਨਾ ਵੀ ਦਿੱਤੀ ਹੈ, ਤੇ ਸਾਨੂੰ ਚੇਤਾ ਵੀ ਕਰਵਾਇਆ ਕਿ ਜਿਸ ਮੂਲ ਦੇ ਨਾਲੋਂ ਟੁੱਟਿਆ ਤੂੰ ਉਹਨੂੰ ਚੇਤੇ ਕਰ। ਮੌਤ ਸ਼ਬਦ ਇੱਕ ਇੱਦਾਂ ਦਾ ਸ਼ਬਦ ਹੈ ਜਿਹਨੂੰ ਸੁਣਦਿਆਂ ਬੰਦਾ ਇੱਕਦਮ ਭੈ ਭੀਤ ਹੁੰਦਾ ਹੈ ਤੇ ਮਨ ਵਿੱਚ ਵਿਚਾਰ ਆਉਂਦੇ ਵੀ ਕਿਧਰੇ ਮੌਤ ਦਾ ਫਰਿਸ਼ਤਾ ਮੇਰੇ ਦਰਵਾਜ਼ੇ ਨੂੰ ਨਾ ਆ ਕੇ ਖੜਕਾ ਦੇਵੇ। ਮੌਤ ਤੋਂ ਡਰਦਾ ਹੋਇਆ ਬੰਦਾ ਦਾਨ ਪੁੰਨ ਵੀ ਕਰਦਾ ਹੈ, ਕਈ ਤਰ੍ਹਾਂ ਦੇ ਧਾਰਮਿਕ ਰਸਮਾਂ ਰੀਤੀ ਰਿਵਾਜ ਕਰਦਾ ਹੈ। ਕਾਸ਼ ਕਿਧਰੇ ਮੌਤ ਟਲ ਜਾਵੇ, ਮੌਤ ਮੇਰੇ ਘਰ ਦਾ ਕੁੰਡਾ ਨਾ ਖੜਕਾਵੇ। ਪਰ ਬਾਬਾ ਫਰੀਦ ਸਾਹਿਬ ਜੀ ਆਖਦੇ ਸਾਈ ਜਾਏ ਸੰਭਾਲ ਜਿੱਥੇ ਹੀ ਤਉ ਵੰਝਣਾ। ਕਹਿੰਦੇ ਮੌਤ ਨੂੰ ਚੇਤੇ ਰੱਖ, ਉਹਨੂੰ ਚੇਤੇ ਰੱਖ ਉਸ ਥਾਂ ਨੂੰ ਜਿੱਥੇ ਤੂੰ ਪਹੁੰਚਣਾ ਹੈ। ਮੌਤ ਹੈ ਤੇਰਾ ਸਫ਼ਰ, ਤੇਰੀ ਮੰਜ਼ਿਲ। ਜਨਮ ਤੋਂ ਸਫ਼ਰ ਸ਼ੁਰੂ ਹੋ ਗਿਆ ਹੈ, ਆਖਰੀ ਮੰਜ਼ਿਲ ਕੀ ਹੈ? ਮੌਤ। ਪਹੁੰਚਣਾ ਕਿੱਥੇ ਹੈ? ਮੌਤ ਤੱਕ। ਪਰ ਬੰਦਾ ਆਪਣੀ ਮੰਜ਼ਿਲ ਤੋਂ ਹੀ ਕੰਨੀ ਕਤਰਾਈ ਜਾਵੇ। ਮਨੁੱਖ ਘਰੋਂ ਤੁਰ ਪਿਆ ਹੈ, ਰਸਤੇ 'ਚ ਘੁੰਮੀ ਜਾਵੇ, ਰਸਤੇ ਦੇ ਵਿੱਚ ਹੀ ਟਾਈਮ ਵਕਤ ਲੰਘਾਈ ਜਾਵੇ, ਇਉਂ ਆਖੇ ਕਿ ਮੈਂ ਮੰਜ਼ਿਲ ਤੱਕ ਪਹੁੰਚਣਾ ਹੀ ਨਹੀਂ ਹੈ। ਲੋਕ ਕਹਿੰਦੇ ਭਾਈ ਤੂੰ ਸਿਆਣਾ ਨਹੀਂ ਹੈ, ਤੁਰਿਆ ਸੀ ਆਪਣੀ ਮੰਜ਼ਿਲ ਵੱਲ ਨੂੰ, ਪਰ ਪਹੁੰਚਦਾ ਕਿਉਂ ਨਹੀਂ ਹੈ? ਤੇ ਕਈ ਵਾਰ ਇੱਦਾਂ ਵੀ ਹੁੰਦਾ ਜਿਹੜੇ ਲੋਕ ਰਸਤੇ ਵਿੱਚ ਰੁਕ ਵੀ ਜਾਂਦੇ ਨੇ, ਉਹਨਾਂ ਨੂੰ ਯਾਦ ਹੁੰਦਾ ਵੀ ਅਸੀਂ ਆਪਣੀ ਮੰਜ਼ਿਲ ਤੇ ਪਹੁੰਚਣਾ ਹੈ। ਸਿਆਣੇ ਹੁੰਦੇ ਨੇ, ਸਮਝਦਾਰ ਹੁੰਦੇ ਨੇ। ਇੱਦਾਂ ਹੀ ਸਾਡਾ ਸਫ਼ਰ ਆਰੰਭ ਹੋਇਆ ਜਿਸ ਦਿਨ ਅਸੀਂ ਮਾਂ ਦੀ ਕੁੱਖ ਤੋਂ ਜਨਮ ਲੈ ਕੇ ਪਹਿਲੀ ਕਿਲਕਾਰੀ ਮਾਰੀ ਸੀ, ਸਮਾਜ ਵੇਖਿਆ, ਉਸ ਦਿਨ ਸਾਡਾ ਸਫ਼ਰ ਸ਼ੁਰੂ ਹੋ ਗਿਆ। ਤੇ ਇਹ ਸਫ਼ਰ ਚੱਲੀ ਜਾ ਰਿਹਾ ਹੈ, ਚੱਲੀ ਜਾ ਰਿਹਾ। ਮੰਜ਼ਿਲ ਕਿੱਥੋਂ ਤੱਕ ਹੈ? ਜਾ ਕੇ ਮੌਤ ਤੇ ਜਾ ਕੇ ਮੰਜ਼ਿਲ ਹੈ। ਬਸ ਇਹ ਤੋਂ ਅਗਲਾ ਪੜਾਅ ਹੁਣ ਮੌਤ ਦਾ ਹੈ। ਤੋ ਬਾਬਾ ਫਰੀਦ ਸਾਹਿਬ ਕਹਿੰਦੇ ਮੰਡਪ ਮਾਲ ਨਾ ਲਾਏ ਮਰਗ ਸਤਾਣੀ ਚਿੱਤ ਧਰ। ਸਤਾਣੀ ਕਹਿੰਦੇ ਨੇ ਸਾਤਾਣੀ, ਇਹਨੂੰ ਸੰਧੀ ਛੇਦ ਕਰਕੇ ਦੇ ਅਰਥ ਕਰੀਏ ਤੇ ਤਾਣ ਦਾ ਅਰਥ ਹੁੰਦਾ ਬਲ, ਤਾਕਤ। ਤੇ ਮੌਤ ਨੂੰ ਆਖਿਆ ਵੀ ਉਹ ਬੜੀ ਬਲ ਵਾਲੀ ਹੈ, ਬੜੀ ਤਾਕਤਵਰ ਹੈ। ਬਾਬਾ ਫਰੀਦ ਸਾਹਿਬ ਜੀ ਤਾਂ ਇਉਂ ਵੀ ਬਾਣੀ ਆਪਣੀ ਚ ਆਖਦੇ ਨੇ ਮਲਕਲ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ। ਵੀ ਮੌਤ ਆਉਂਦੀ ਹੋਵੇ ਤੇ ਬੰਦਾ ਦਰਵਾਜ਼ਾ ਢੋਲ ਲਵੇ। ਇਦਾਂ ਥੋੜੀ ਹੁੰਦਾ ਹੈ। ਕਿਧਰੇ ਇਦਾਂ ਜੇ ਹੁੰਦਾ ਹੋਵੇ ਤੇ ਲੋਕ ਆਪਣੇ ਘਰਾਂ ਦੇ ਦਰਵਾਜ਼ੇ ਹੀ ਬੜੇ ਤਕੜੇ ਬਣਾ ਲੈਣ। ਲੋਕ ਐਸੇ ਪ੍ਰਬੰਧ ਕਰ ਲੈਣ ਵੀ ਜਿਸ ਰਸਤੇ ਮੌਤ ਦਾ ਫਰਿਸ਼ਤਾ ਆਉਂਦਾ ਹੈ, ਜਦੋਂ ਮੌਤ ਆਉਂਦੀ ਹੈ ਉਹ ਰਾਹ ਹੀ ਬੰਦ ਕਰ ਦਿੱਤੇ ਜਾਣ, ਉਹ ਦਰਵਾਜ਼ੇ ਹੀ ਬੰਦ ਕਰ ਦਿੱਤੇ ਜਾਣ। ਪਰ ਕਦਾਚਿਤ ਵੀ ਨਹੀਂ ਇਦਾਂ ਹੋਵੇਗਾ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦੇ ਨਿਜ਼ਮ ਦੇ ਵਿੱਚ ਜਨਮ ਤੇ ਮਰਨ ਦੀ ਪ੍ਰਕਿਰਿਆ ਹੈ। ਪਰ ਜਦੋਂ ਬਾਣੀ ਵਿੱਚ ਸਮਝਾਇਆ ਗਿਆ ਨਾ, ਮਹਾਰਾਜ ਕਹਿੰਦੇ ਤੇਰਾ ਜਨਮ ਹੋਇਆ ਤੇ ਸਫ਼ਰ ਸ਼ੁਰੂ ਹੋ ਗਿਆ। ਇਸ ਸਫ਼ਰ ਦੇ ਦੌਰਾਨ ਤੂੰ ਇਖਲਾਕ ਕਮਾਉਣਾ ਹੈ, ਅਸੂਲ ਕਮਾਉਣੇ ਨੇ, ਚੰਗਾ ਜੀਵਨ ਬਣਾਉਣਾ ਹੈ। ਕਿਧਰੇ ਮਦਹੋਸ਼ ਨਾ ਹੋ ਜਾਵੀਂ ਦੁਨਿਆਵੀ ਕਰਮ ਕਾਂਡਾਂ ਦੇ ਵਿੱਚ ਹੀ, ਕਿਧਰੇ ਇਹਦੇ ਨਸ਼ੇ ਦੇ ਵਿੱਚ ਦੁਨਿਆਵੀ ਕੰਮਕਾਰ ਧੰਦੇ ਧੰਦਾਰ ਤੇ ਮਾਇਆ ਦੇ ਪ੍ਰਭਾਵ ਹੇਠ ਇਸ ਨਸ਼ੇ ਦੇ ਵਿੱਚ ਹੀ ਧੋ ਕੇ ਨਾ ਤੁਰਿਆ ਫਿਰੀ। ਤੇਰੀ ਮੰਜ਼ਿਲ ਜਿਹੜੀ ਨਾ, ਮੰਜ਼ਿਲ ਤੱਕ ਪਹੁੰਚਦਿਆਂ ਤੋਂ ਇਖਲਾਕ ਕਮਾਉਣਾ ਹੈ, ਜੀਵਨ ਕਮਾਉਣਾ ਹੈ, ਚੰਗਿਆਈ ਪੱਲੇ ਵਿੱਚ ਬੰਨਣੀ ਹੈ। ਮੰਡਪ ਮਾਲ ਨਾ ਲਾਏ ਮਰਗ ਸਤਾਣੀ ਚਿੱਤ ਧਰ। ਫਰੀਦ ਸਾਹਿਬ ਕਹਿੰਦੇ ਮੰਡਪ ਦਾ ਅਰਥ ਹੁੰਦਾ ਸ਼ਾਮਿਆਨੇ, ਸੋਹਣੇ ਘਰ। ਮਾਲ ਦਾ ਅਰਥ ਹੁੰਦਾ ਧਨ, ਧਨ ਪਦਾਰਥ। ਜਿੰਨਾ ਕੁਝ ਦੁਨਿਆਵੀ ਤੌਰ ਤੇ ਜਿਹੜੀਆਂ ਚੀਜ਼ਾਂ ਬੰਦੇ ਦੇ ਕੋਲ ਹੋਣ ਤੇ ਅਸੀਂ ਕਹਿੰਦੇ ਉਹ ਅਮੀਰ ਹੈ, ਉਸ ਹਰ ਚੀਜ਼ ਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਉਹਦੇ ਨਾਲ ਚਿੱਤ ਨਾ ਜੋੜ ਲਵੀਂ। ਹਾਂ, ਘਰ ਤੇਰੀ ਜ਼ਰੂਰਤ ਹੈ, ਜਿਸ ਛੱਤ ਦੇ ਹੇਠ ਤੂੰ ਜਿਉਣਾ ਉਹ ਤੇਰੀ ਜ਼ਰੂਰਤ ਹੈ, ਉਹ ਤੇਰੀ ਲੋੜ ਹੈ।
पर तेरा निशाना वो नहीं है। धन तेरी जरूरत हो सकता है, तेरी लोड़ पूरी कर सकता है, पर तेरियां आत्मिक लोड़ां ये दुनियावी धन पूरियां नहीं कर सकता। ये ठीक है भी तेरे पास तेरी जेब विच पैसे होणगे ते तैनूं बस दे विच भी बैठण लई थां मिल जावेगी। जे तेरी जेब विच ही पैसे ना होए ते तैनूं रिक्शे वाले ने भी बैठण नहीं देना। ये ठीक है भी तेरी लोड़ है, तेरी जरूरत है, पर याद रखी जिथे इखलाक की गल आउंदी ना, तू इस पैसे दे नाल इखलाक ते जीवन नहीं खरीद सकदा। ये तां तैनूं गुरु मत दे अनुसारी हो के प्राप्त होना है। इन्ना कीमती धन है जिस नाल इखलाक बनता है। नाम का धन जिन्हों बाणी ने आख्या ये तां आग्याकारी बन के प्राप्त होंदा है, इहदी कीमत नहीं चुकाई जाती। ये दुनियावी धन दे नाल असीं इहनूं तोल के ना वेखीए। ते महाराज ने सानू समझाया भी जिन्ना कुछ तू इकट्ठा करके अमीर होने का धनाढ़ होने का दावा कर रहा ना, इनू चेते ना कर। मंडप माल ना लाए मरग सताणी। मरग का अर्थ है मौत। आम तौर पर शब्द वरत्या जाता है अपनी पंजाबी बोली दे विच। जिस घर विच कोई मृत्यु होई होवे ते आपां कहने मरग होई, इस घर विच मौत होई है। मरग का अर्थ हुंदा है मौत। फरीदा मंडप माल ना लाए, इन्हां सोहणे वधिया घर महल मनारे ते शामियाने जिहड़े ने इन्हां दे नाल ते दुनियावी धन पदार्थां दे नाल चित ना जोड़। हाँ, ये तेरी लोड़ पूरी करदे ने ते लोड़ तक ही सीमित रख इन्हां नूं। फरीदा मंडप माल ना लाए मरग सताणी चित धर। अपने चित विच टिका उस मरग सताणी नूं, मौत नूं, जिहड़ी बड़ी बलवान है, बड़ी ताकतवर है, बड़ी जोरावर है। वो तो सब दरवाजे भन, सारे दरवाजे तोड़ के बंदे तक पहुंच जाती है। मलकल मौत जां आवसी सब दरवाजे भन। सारे दरवाजे तोड़ के मनुख दी उस मंजिल तक पहुंच जाती है जिथों ने उन्होंने पकड़ लेना है, जिथे जाके हमला करना है, उस थां तक पहुंच जाती है मौत जिहड़ी है। तो खैर सतगुरु महाराज कहंदे मरग सताणी चित धर। हर वक्त बंदिया मौत नूं चेते रख। जदों बंदे नूं मौत भुल जावे ना, असल विच उहदा कर्म बदलदा ही उदों है। उदों बंदा चंगा कर्म छड्ड के ते गलत पासे नूं तुर जांदा है। इहदा अर्थ है उहनूं मौत याद नहीं रही। जदों बंदा बेईमानी, चोरी, ठगी, रिश्वतखोरी इत्यादि कम्मां वालों तुर जावे ना, समझ लो वो इउं जाणदा है अपने आप नूं कि दुनिया दे विच मैं ही बचिया रहना, बाकी लोकां ने इत्थों तुर जाना है। उहदी सोच इत्थे खड़ी है। ते बाबा फरीद साहब कहंदे मरग सताणी चित धर। चित विच धर, इहनूं टका अपने चित विच कि मौत आउणी है, मौत बड़ी बलवान है। वो मौत मेरे ते भी झपट मारेगी, मेरे प्राण खिंच के लै जावेगी। मौत का फरिश्ता मेरे घर का दरवाजा भी खड़कावेगा, मैनू भी तुरना पवेगा, क्योंकि वारी आपो अपनी कोई ना बंधे धीर। कोई रुकिया कदे अपने वारी ते? मौत दे अगे किसी का कोई सवाल है? कोई मनुख इउं कह सकदा भी अजे 2-4 दिन होर दे दे मैनू, बाकी मैं अजे रहना चाहुंदा दुनिया विच? कदी किसी दी ये मर्जी होई है? गुरु पातशाहां दा जीवन पढ़ के वेखो। सच्चा पातशाह गुरु नानक साहब महाराज जी तो लैके जां सत्कारयोग भगत साहबाना का जीवन पढ़ के वेखो। किधरे भी इस इतिहास विचों तुहानूं एक भी मद इदां दी नहीं मिलेगी भी किसी ने आख्या होवे भी मौत तू 4 दिन बाकी ठहर जा। गुरु नानक साहब सच्चा पातशाह महाराज जी तो वड्डा महापुरख दुनिया विच कौन होया होवेगा? साहिबे कमाल दशमेश पिता सरबंस दानी गुरु गोबिंद सिंह महाराज जी तो वड्डा महापुरख दुनिया च कौन होवेगा? 10 गुरु साहबान ते 15 भगत साहबान तो वड्डा महापुरख दुनिया विच कौन होवेगा? एक बार भी उन्होंने अपने जीवन दे अंदर मौत दे अगे भीख नहीं मंगी। आ 2 दिन जे पहला आपां भाई साहब भाई मनी सिंह जी का शहीदी दिन जिहड़ा सी मनाया, उत्थे आपां विचार भी कीती इतिहास की कि एडे एडे बहादुर होए जिन्हां मौत दे अगे हाथ नहीं जोड़े। मौत
ਉਹਨਾਂ ਖੁਦ ਮੰਗ ਲਿਆ, ਆਖਿਆ ਵੀ ਸਾਨੂੰ ਮੌਤ ਪ੍ਰਵਾਨ ਹੈ, ਮੌਤ ਨੂੰ ਜਿਉ ਆਇਆ ਆਖਿਆ ਉਹਨਾਂ ਨੇ, ਵੈਲਕਮ ਆਖਿਆ ਉਹਨਾਂ ਨੇ। ਇਹ ਨਹੀਂ ਆਖਿਆ ਵੀ ਮੌਤ ਆ ਰਹੀ ਹੈ ਸਾਡੀਆਂ ਅੱਖਾਂ ਤੇ ਪੱਟੀ ਬੰਨ੍ਹ ਦਿਓ, ਇਹ ਨਹੀਂ ਆਖਿਆ ਹੁਣ ਮੌਤ ਆਵੇਗੀ ਤੇ ਅੱਖਾਂ ਵਿੱਚੋਂ ਹੰਝੂ ਵਹਿਣ ਲੱਗ ਪਏ ਨੇ। ਮੌਤ ਨੂੰ ਗਲ ਲਾਉਣ ਲੱਗਿਆਂ ਇਹ ਨਹੀਂ ਆਖਿਆ ਵੀ ਪਿੱਛੇ ਮੇਰਾ ਪਰਿਵਾਰ ਹੈ ਉਹਦਾ ਖਿਆਲ ਰੱਖ ਲਿਓ। ਕੈਸੇ ਸੂਰਮੇ ਸਨ, ਕਿਵੇਂ ਦੇ ਬਹਾਦਰ ਸਨ ਇਹ, ਜਿਨ੍ਹਾਂ ਨੇ ਮੌਤ ਨੂੰ ਆਉਂਦੀ ਵੇਖ ਕੇ ਤੇ ਗਲ ਨਾਲ ਲਾ ਲਿਆ ਵੀ ਜਿਉ ਆਇਆ, ਆਖਿਆ ਵੀ ਤੂੰ ਆਈ ਹੈ ਤੇ ਜਿਉ ਆਇਆ। ਇਹਨੂੰ ਕਹਿੰਦੇ ਇਖਲਾਕ ਨੂੰ ਜਿਉਂਦਾ ਰੱਖਣਾ, ਇਖਲਾਕ ਅਸੂਲ ਆਪਣੇ ਜਿਉਂਦੇ ਰੱਖਣੇ। ਪਰ ਜਿੱਥੇ ਅਸੂਲ ਜਿਉਂਦੇ ਨੇ ਨਾ ਉੱਥੇ ਸਰੀਰਾਂ ਦੀ ਮੌਤ ਹੋ ਜਾਂਦੀ ਹੈ, ਇਸ ਗੱਲ ਦੀ ਵੀ ਪਰਵਾਹ ਨਹੀਂ ਕੀਤੀ ਜਾਂਦੀ। ਗੁਰੂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਵੀ ਤਾਂ ਸਵਾਲ ਇਦਾਂ ਦਾ ਹੀ ਸੀ ਨਾ। ਉਹਨਾਂ ਨੇ ਇਖਲਾਕ ਤੇ ਧਰਮ, ਈਮਾਨ ਤੇ ਦੀਨ ਜਿਉਂਦਾ ਰੱਖਿਆ, ਸਰੀਰ ਦੀ ਪਰਵਾਹ ਨਹੀਂ ਕੀਤੀ। ਸਾਹਿਬਜ਼ਾਦਿਆਂ ਦੇ ਅੱਗੇ ਸਵਾਲ ਵੀ ਇਹੋ ਹੀ ਸੀ ਕਿ ਤੁਹਾਨੂੰ ਦੀਨੇ ਇਸਲਾਮ ਕਬੂਲ ਕਰਨਾ ਪਵੇਗਾ। ਸਾਹਿਬਜ਼ਾਦਿਆਂ ਨੇ ਆਖਿਆ ਵੀ ਨਹੀਂ, ਮੌਤ ਕਬੂਲ ਕਰਦੇ ਅਸੀਂ, ਆਪਣਾ ਇਖਲਾਕ ਤੇ ਕਿਰਦਾਰ ਨਹੀਂ ਛੱਡਾਂਗੇ, ਅਸੂਲ ਨਹੀਂ ਛੱਡਾਂਗੇ। ਅਸੂਲਾਂ ਦੇ ਨਾਲ ਸਮਝੌਤੇ ਨਹੀਂ ਹੈ। ਸੋ ਦੁਨੀਆ ਦੇ ਅੰਦਰ ਅਸੂਲ ਹੀ ਮਨੁੱਖ ਦੀ ਪਹਿਚਾਣ ਕਰਾਉਂਦੇ ਨੇ। ਅਸੂਲਾਂ ਕਰਕੇ ਹੀ ਮਨੁੱਖ ਹੈ, ਚੰਗੇ ਕਰਮਾਂ ਕਰਕੇ ਹੀ ਮਨੁੱਖ ਹੈ। ਜੇ ਜੀਵਨ 'ਚ ਚੰਗਾ ਕਰਮ ਨਹੀਂ ਤੇ ਸਤਿਗੁਰੂ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ, ਐਸਾ ਕੁਝ ਵੀ ਬਾਣੀ 'ਚ ਆਖਦੇ ਨੇ। ਤੋ ਭਗਤ ਫਰੀਦ ਸਾਹਿਬ ਜੀ ਨੇ ਅੱਜ ਦੇ ਇਸ ਪਾਵਨ ਸ਼ਲੋਕ ਦੇ ਰਾਹੀਂ ਮੌਤ ਚੇਤੇ ਕਰਵਾਈ। ਆਖਿਆ ਮੌਤ ਨੂੰ ਚੇਤੇ ਕਰ ਤੇ ਹਰ ਰੋਜ਼ ਇਹਦਾ ਚਿੰਤਨ ਕਰਿਆ ਕਰ। ਸਾਈ ਜਾਏ ਸੰਭਾਲ, ਉਹ ਸਾਈ ਜਾਏ ਸੰਭਾਲ, ਉਹ ਥਾਂ ਦਾ ਜ਼ਿਕਰ ਕਰਿਆ ਕਰ ਜਿੱਥੇ ਹੀ ਤੋਂ ਵੰਝਣਾ, ਆਖਰ ਜਿੱਥੇ ਤੂੰ ਚਲੇ ਜਾਣਾ ਹੈ ਉਹਨੂੰ ਚੇਤੇ ਕਰਿਆ ਕਰ। ਐਵੇਂ ਦੁਨੀਆ ਦੇ ਧਨ ਪਦਾਰਥਾਂ ਦੇ ਵਿੱਚ ਮਾਇਆ ਦੇ ਪ੍ਰਭਾਵ ਹੇਠ ਜਿਉ ਕੇ ਇਹ ਆਪਣਾ ਸੁਨਹਿਰੀ ਤੇ ਕੀਮਤੀ ਸਮਾਂ ਬਰਬਾਦ ਨਾ ਕਰ। ਇਸ ਸਮੇਂ ਨੂੰ ਸਤਿਗੁਰੂ ਦੁਰਲੱਭ ਸਮਾਂ ਆਖਦੇ ਨੇ, ਬੜਾ ਕੀਮਤੀ ਸਮਾਂ ਆਖਦੇ ਨੇ। ਮੌਤ ਤੇ ਜਨਮ ਤੇ ਮੌਤ ਦੇ ਦਰਮਿਆਨ ਜਿਹੜਾ ਸਮਾਂ ਹੈ ਨਾ, ਇਹਨੂੰ ਜੀਵਨ ਆਖਿਆ ਗਿਆ। ਤੇ ਇਸ ਸਮੇਂ ਨੂੰ ਸੰਭਾਲ ਲੈਣਾ ਹੀ ਭਗਤੀ ਦੀ ਨਿਸ਼ਾਨੀ ਹੈ। ਇਸ ਸਮੇਂ ਦੀ ਸੰਭਾਲ ਕਰ ਲੈਣੀ ਹੀ ਬੰਦਗੀ ਹੈ। ਜਿਸ ਬੰਦੇ ਨੇ ਜਨਮ ਤੋਂ ਲੈ ਕੇ ਮੌਤ ਦੇ ਦਰਮਿਆਨ ਵਿਚਕਾਰਲੇ ਸਮੇਂ ਨੂੰ ਜਿਹਨੂੰ ਜੀਵਨ ਆਖਿਆ, ਜੇ ਇਹਦੀ ਸੰਭਾਲ ਨਹੀਂ ਨਾ ਕੀਤੀ, ਮਾਫ ਕਰਿਓ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵੀ ਤੂੰ ਪਛਤਾਉਂਦਾ ਹੀ ਦੁਨੀਆ ਤੋਂ ਤੁਰ ਜਾਵੇਂਗਾ। ਕਾਸ਼ ਮੈਂ ਆਹ ਕਰ ਲੈਂਦਾ, ਕਾਸ਼ ਮੈਂ ਆਹ ਕੰਮ ਇਦਾਂ ਕਰ ਲੈਂਦਾ। ਇਦਾਂ ਹੀ ਹੁੰਦਾ ਬਾਅਦ ਵਿੱਚ। ਤੁਸੀਂ ਕਿਧਰੇ ਧਿਆਨ ਨਾਲ ਤੱਕਣਾ ਵੀ ਜਦੋਂ ਬੰਦਾ ਬਿਰਧ ਹੋ ਜਾਵੇ ਨਾ, ਕਿਸ ਹੱਥ ਪੈਰ ਅੱਖਾਂ ਕੰਮ ਕਰਨੀਆਂ ਬੰਦ ਕਰ ਦੇਣ, ਮੰਜੇ ਤੇ ਪਿਆ ਹੋਵੇ, ਉਹਦੀ ਥਿੰਕਿੰਗ, ਉਹਦੀ ਸੋਚ, ਤੁਸੀਂ ਉਹਦੇ ਕੋਲ ਬਹਿ ਕੇ 2-4 ਮਿੰਟ ਉਹਦਾ ਦੁੱਖ ਸੁੱਖ ਉਹਦੇ ਨਾਲ ਸਾਂਝਾ ਕਰੋ। ਉਹਦੀ ਸੋਚ ਨੂੰ ਪਰਖ ਕੇ ਵੇਖਿਓ ਵੀ ਉਹ ਕੀ ਕਹਿਣਾ ਚਾਹੁੰਦਾ ਹੈ। ਉਹ ਕਹਿਣਾ ਚਾਹੁੰਦਾ ਵੀ ਜੋ ਮੈਂ ਕਰ ਨਹੀਂ ਨਾ ਪਾਇਆ, ਕਾਸ਼ ਜੇ ਮੈਂ ਉਹ ਕਰ ਲੈਂਦਾ ਤੇ ਆਪਣੇ ਇਸ ਜੀਵਨ ਦੇ ਸਮੇਂ ਵਿੱਚ। ਇੱਕ ਤਰ੍ਹਾਂ ਦੀ ਉਦਾਹਰਨ ਹੈ ਸਾਡੇ ਸਾਹਮਣੇ, ਇੱਕ ਤਰ੍ਹਾਂ ਦੀ ਉਹ ਮਿਸਾਲ ਹੁੰਦੀ ਹੈ ਵੀ ਜੋ ਮੈਂ ਕਰ ਨਹੀਂ ਨਾ ਪਾਇਆ ਉਹਦੇ ਲਈ ਅੱਜ ਪਛਤਾ ਰਿਹਾ ਹੈ। ਕਿਧਰੇ ਤੁਸੀਂ ਇਦਾਂ ਦਾ ਨਾ ਕਰਨਾ ਕਿ ਜੋ ਤੁਹਾਡੇ ਜੀਵਨ ਦਾ ਅਸਲੀ ਨਿਸ਼ਾਨਾ ਉਹ ਤੁਸੀਂ ਕਰ ਹੀ ਨਾ ਪਾਓ ਤੇ ਮੇਰੇ ਵਾਂਗੂ ਪਛਤਾਉਂਦੇ ਰਹੋਗੇ, ਮੰਜੇ ਤੇ ਬੈਠ ਕੇ ਪਛਤਾਓਗੇ। ਇਸ ਲਈ ਤਾਂ ਮਹਾਰਾਜ ਨੇ ਬਾਣੀ ਚ ਆਖਿਆ ਨਾ, ਕਬੀਰ ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਹੋਗੇ, ਪ੍ਰਾਣ ਜਾਹੇਂਗੇ ਛੂਟ, ਅਖੀਰ ਕੀ ਪਛਤਾਏ ਦਾ ਫਾਇਦਾ ਹੈ। ਪ੍ਰਾਣ ਛੁੱਟ ਜਾਣਗੇ, ਕਲਪ ਦੇ ਪਛਤਾਉਂਦੇ ਦੇ ਵਿਲਕ ਦੇ ਪ੍ਰਾਣ ਛੁੱਟ ਜਾਣਗੇ। ਤੇ ਆਖਰੀ ਸਮੇਂ ਤੱਕ ਤੈਨੂੰ ਇਹੋ ਝੋਰਾ ਹੋਵੇਗਾ, ਮੈਂ ਆਹ ਕੰਮ ਜ਼ਿੰਦਗੀ 'ਚ ਕਰਨਾ ਸੀ ਚੰਗਾ, ਉਹ ਕਰ ਨਹੀਂ ਪਾਇਆ। ਸੋ ਗੁਰੂ ਕੇ ਪਿਆਰਿਓ, ਪਾਵਨ ਸ਼ਲੋਕ ਦੀ ਜਿਹੜੀ ਵਿਚਾਰ ਹੈ, ਬਾਬਾ ਫਰੀਦ ਸਾਹਿਬ ਕਹਿੰਦੇ, ਮੰਡਪ ਮਾਲ ਨਾ ਲਾਏ, ਮਰਗ ਸਤਾਣੀ ਚਿੱਤ ਧਰ। ਇਹ ਦੁਨਿਆਵੀ ਧਨ ਪਦਾਰਥ, ਘਰ ਮਹਿਲ ਮਾੜੀਆਂ, ਇਹਦੇ ਵਿੱਚ ਸੁਰਤ ਨਾ ਟਿਕਾ। ਜੇ ਸੁਰਤ ਟਿਕਾਉਣੀ ਹੈ ਨਾ,
ਜੇ ਤੂੰ ਚਾਹੁੰਦਾ ਹੀ ਆ ਸੁਰਤ ਟਿਕਾਉਣੀ ਤੇ ਫਿਰ ਮੌਤ ਨੂੰ ਚੇਤੇ ਰੱਖ। ਤੇ ਜਿਹਨੂੰ ਮੌਤ ਚੇਤੇ ਉਹਨੂੰ ਕਦੇ ਰੱਬ ਭੁੱਲਦਾ ਹੀ ਨਹੀਂ। ਗੌਰ ਕਰਿਓ ਸਾਧ ਸੰਗਤ, ਜਿਸ ਵਿਅਕਤੀ ਨੂੰ ਮੌਤ ਚੇਤੇ ਹੈ ਨਾ ਵੀ ਮੌਤ ਆਉਣੀ ਹੈ, ਅੱਜ ਆ ਜਾਵੇ ਕੱਲ ਆ ਜਾਵੇ, ਆਜ ਕਾਲ ਫੁਨ ਤੋਹੇ ਗ੍ਰਸ ਹੈ। ਮਹਾਰਾਜ ਕਹਿੰਦੇ ਵੀ ਅੱਜ ਚਾਹੇ ਕੱਲ ਨੂੰ ਤੈਨੂੰ ਗ੍ਰਾਸੀ ਲੈਣਾ ਕਾਲ ਨੇ। ਸਮਝ ਰੱਖਿਓ ਚੀਤ, ਚਿੱਤ ਦੇ ਵਿੱਚ ਇਸ ਗੱਲ ਨੂੰ ਸਮਝ ਕੇ ਰੱਖ, ਧਿਆਨ ਦੇ ਨਾਲ ਯਾਦ ਕਰਕੇ ਰੱਖ ਇਸ ਗੱਲ ਨੂੰ। ਆਜ ਕਾਲ ਫੁਨ ਤੋਹੇ ਗ੍ਰਸ ਹੈ, ਇਹ ਤੇਰੇ ਤੇ ਹਮਲਾ ਕਰੇਗੀ। ਮੌਤ ਤੈਨੂੰ ਕਾਲ ਆਣ ਕੇ ਫਾਈ ਪਾਵੇਗਾ ਤੇਰੇ ਗਲ ਵਿੱਚ। ਸਮਝ ਰੱਖਿਓ ਚੀਤ। ਕਹੇ ਨਾਨਕ RAM ਭਜ ਲੈ, ਜਾਤ ਅਵਸਰ ਬੀਤ। ਸਤਿਗੁਰੂ ਆਖਦੇ ਵੀ ਤੇਰਾ ਅਵਸਰ, ਅਵਸਰ ਦਾ ਅਰਥ ਹੁੰਦਾ ਸਮਾਂ, ਸਮਾਂ ਬੀਤਦਾ ਜਾ ਰਿਹਾ ਹੈ। RAM ਭਜ ਲੈ, RAM ਦਾ ਭਜਨ ਕਰ। RAM ਦਾ ਭਜਨ ਕੀ ਹੈ? ਰਜ਼ਾ ਦੇ ਵਿੱਚ ਤੁਰ ਪੈਣਾ, ਭਾਣੇ ਨੂੰ ਮੰਨ ਕੇ ਜੀਵਨ ਜਿਉਣਾ। ਜੀਵਨ ਤੋਂ ਮੌਤ ਦੇ ਦਰਮਿਆਨ ਸਮੇਂ ਦੀ ਸੰਭਾਲ ਕਰ ਲੈਣੀ, ਇਹ RAM ਦਾ ਭਜਨ ਹੈ, ਰੱਬ ਦਾ ਭਜਨ ਹੈ। ਇੱਥੇ ਤੇ ਹੱਥਾਂ ਦੇ ਵਿੱਚ ਮਾਲਾ ਘੁਮਾਉਣ ਵਾਲੇ, ਜ਼ੁਬਾਨ ਤੋਂ ਤੋਤਾ ਰਟਨ ਕਰਨ ਵਾਲੇ। ਤੋਤਾ ਰਟਨ ਦਾ ਭਾਵ ਹੁੰਦਾ ਵੀ ਇੱਕੋ ਸ਼ਬਦ ਨੂੰ ਜਪੀ ਜਾਣਾ, ਜਪੀ ਜਾਣਾ, ਜਪੀ ਜਾਣਾ। ਮੈਂ ਇਹ ਨਹੀਂ ਕਹਿ ਰਿਹਾ ਵੀ ਰੱਬ ਦਾ ਨਾਮ ਲੈਣਾ ਮਾੜੀ ਗੱਲ ਹੈ, ਚੰਗੀ ਗੱਲ ਹੈ ਰੱਬ ਨੂੰ ਚੇਤੇ ਕਰਨਾ, ਪਰ ਚੇਤੇ ਕਰਨ ਦੀ ਵਿਧੀ ਜਿਹੜੀ ਹੈ ਨਾ ਉਹਨੂੰ ਬਦਲ ਲੈਣਾ ਚਾਹੀਦਾ ਹੈ, ਉਹ ਤਰੀਕਾ ਬਦਲ ਲੈਣਾ ਚਾਹੀਦਾ ਹੈ। ਬੰਦਿਆ ਤੂੰ ਜ਼ੁਬਾਨ ਨੂੰ ਜ਼ੁਬਾਨ ਦੁਆਰਾ ਜਪਦਾ ਹੈ, ਪਰ ਕਰਮ ਦੀ ਸ਼ੁੱਧਤਾ ਨਹੀਂ ਹੈ। ਜਦੋਂ ਕਰਮ ਦੀ ਸ਼ੁੱਧਤਾ ਬਣਦੀ ਹੈ ਨਾ, ਅਸਲ 'ਚ ਬੰਦਗੀ ਦੀ ਸ਼ੁਰੂਆਤ ਉਦੋਂ ਹੁੰਦੀ ਹੈ। ਬੰਦਾ ਜ਼ੁਬਾਨ ਨਾਲ ਰੱਬ ਰੱਬ ਕਰੀ ਜਾਂਦਾ ਹੈ, ਅੱਲਾ ਅੱਲਾ ਜਪੀ ਜਾਂਦਾ, ਖੁਦਾ ਖੁਦਾ ਕਹਿੰਦਾ ਹੈ, ਪਰ ਕਰਮ ਥੋੜੀ ਸ਼ੁੱਧ ਹੋਇਆ ਜੇ। ਕਰਮ ਤੇ ਅਜੇ ਵੀ ਇਦਾਂ ਹੀ ਆ ਵੀ ਲੋਕਾਂ ਨੂੰ ਕਹਿੰਦਾ ਵੀ ਅੱਲਾ ਖੁਦਾ ਨੇ ਇਹ ਆਖਿਆ ਵੀ ਮੁਰਗੀ ਭੇਟ ਕਰ। ਅੱਲਾ ਖੁਦਾ ਦੇ ਨਾਮ ਤੇ ਮੁਰਗੀ ਮਾਰ ਕੇ ਖਾ ਲੈਂਦਾ ਹੈ, ਅੱਲਾ ਖੁਦਾ ਦੇ ਨਾਮ ਤੇ ਭੇਟਾਵਾਂ ਪ੍ਰਾਪਤ ਕਰ ਲੈਂਦਾ ਹੈ। ਇਹ ਵੀ ਆਖਦਾ ਅੱਲਾ ਖੁਦਾ ਜਾਂ ਰਾਮ ਭਗਵਾਨ ਈਸ਼ਵਰ ਨੇ ਆਹ ਕੁਝ ਮੰਗਿਆ ਹੈ ਲੋਕਾਂ ਨੂੰ, ਭਗਤਾਂ ਨੂੰ ਠੱਗਣ ਦੇ ਲਈ। ਬਹੁਤ ਕੁਝ ਕਰਦਾ ਇਦਾਂ ਦੇ ਕੰਮ। ਤੋ ਸਤਿਗੁਰੂ ਮਹਾਰਾਜ ਕਹਿੰਦੇ ਨਾ ਇਦਾਂ ਕਰ, ਆਪਣੇ ਕਰਮ ਦੇ ਵਿੱਚ ਸ਼ੁੱਧਤਾ ਪੈਦਾ ਕਰ। ਜਦੋਂ ਤੇਰਾ ਕਰਮ ਸ਼ੁੱਧ ਹੋ ਜਾਵੇਗਾ ਨਾ, ਸਮਝ ਲਵੀਂ ਉਦੋਂ ਤੂੰ ਆਪਣੀ ਮੰਜ਼ਿਲ ਵੱਲ ਨੂੰ ਤੁਰ ਪਿਆ ਤੇ ਤੈਨੂੰ ਯਾਦ ਹੈ ਕਿ ਮੌਤ ਇੱਕ ਦਿਨ ਦਰਵਾਜ਼ਾ ਖੜਕਾਵੇਗੀ ਤੇ ਤੁਰਨਾ ਪਵੇਗਾ। ਉਦੋਂ ਤੋਂ ਦੁਨਿਆਵੀ ਪਦਾਰਥਾਂ ਤੋਂ ਉੱਚਾ ਉੱਠ ਜਾਵੇਗਾ। ਸਤਿਗੁਰੂ ਰਹਿਮਤ ਕਰਨ। ਆਓ ਆਪੋ ਆਪਣੇ ਮਨਾਂ ਦੇ ਵਿੱਚ ਜਿਹੜੀਆਂ ਸਾਡੀਆਂ ਲੋੜਾਂ ਨੇ, ਲੋੜਾਂ ਨਾਲ ਨਾ ਜੁੜੀਏ। ਜਦੋਂ ਵੀ ਮਨ ਨੂੰ ਜੋੜਨਾ ਉਦੋਂ ਗੁਰੂ ਸ਼ਬਦ ਨਾਲ ਜੁੜੀਏ। ਲੋੜਾਂ ਤਾਂ ਸਾਡੀਆਂ ਸੁਭਾਵਿਕ ਅਸੀਂ ਕਿਰਤ ਕਰਾਂਗੇ ਪੂਰੀਆਂ ਹੁੰਦੀਆਂ ਰਹਿਣੀਆਂ ਨੇ, ਪਰ ਜਿਹੜੀ ਆਤਮਾ ਦੀ ਲੋੜ ਹੈ ਨਾ, ਆਤਮਿਕ ਲੋੜ ਕੀ ਹੈ? ਗੁਰੂ ਦਾ ਸ਼ਬਦ, ਗੁਰੂ ਦਾ ਗਿਆਨ, ਗੁਰੂ ਦੀ ਵਿਚਾਰ, ਜਿਸ ਦੁਆਰਾ ਸਾਡੇ ਜੀਵਨ ਦੇ ਅਸੂਲ ਤੇ ਮਰਿਆਦਾ ਬਣਨੀ ਹੈ, ਜਿਸ ਦੁਆਰਾ ਸਾਨੂੰ ਸੰਜਮ ਦੇ ਵਿੱਚ ਰਹਿਣਾ ਆਵੇਗਾ। ਇਹ ਹੈ ਗੁਰੂ ਦਾ ਸ਼ਬਦ। ਗੁਰੂ ਗਿਆਨ ਦੁਆਰਾ ਹੀ ਅਸੀਂ ਇਸ ਕਾਰਜ ਵਿਧੀ ਦੇ ਨਾਲ ਜੁੜ ਸਕਦੇ ਹਾਂ। ਸਤਿਗੁਰੂ ਰਹਿਮਤ ਕਰਨ, ਸਭਨਾਂ ਨੂੰ ਗੁਰਮਤ ਦੀ ਸੋਝੀ ਬਖਸ਼ਿਸ਼ ਕਰਨ, ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਆਪ ਸਭ ਦਾ ਧੰਨਵਾਦ। ਸਾਰੇ ਰਲ ਕੇ ਗੁਰੂ ਫਤਿਹ ਨਾਲ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ,